प्यारे विद्यार्थियों, ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਸਿਮਰਨਜੋਤ ਕੌਰ ਰੰਧਾਵਾ, ਕੰਪਿਊਟਰ ਫੈਕਲਟੀ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਿਆਸ, ਅੰਮ੍ਰਿਤਸਰ। ਅੱਜ ਤੁਹਾਡੇ ਵਾਸਤੇ ਜਮਾਤ 6ਵੀਂ ਦਾ ਪਾਠ ਨੰਬਰ 3 ਵਿੰਡੋਜ਼ ਦੇ ਨਾਲ ਜਾਣ ਪਛਾਣ ਲੈ ਕੇ ਹਾਜ਼ਰ ਹਾਂ। ਅੱਜ ਇਸ ਪਾਠ ਦੇ ਵਿੱਚ ਅਸੀਂ ਵਿੰਡੋਜ਼ ਬਾਰੇ ਪੜ੍ਹਾਂਗੇ ਔਰ ਵਿੰਡੋਜ਼ ਦੇ ਨਾਲ ਕੰਮ ਕਰਨਾ ਸਿੱਖਾਂਗੇ। ਤੇ ਆਓ ਅਸੀਂ ਵਿੰਡੋਜ਼ ਬਾਰੇ ਪੜ੍ਹਦੇ ਹਾਂ। ਸਭ ਤੋਂ ਪਹਿਲਾਂ ਬੱਚਿਓ ਅਸੀਂ ਸਿੱਖਾਂਗੇ ਆਪਰੇਟਿੰਗ ਸਿਸਟਮ ਕੀ ਹੁੰਦਾ ਹੈ। ਆਪਰੇਟਿੰਗ ਸਿਸਟਮ ਇੱਕ ਜ਼ਰੂਰੀ ਅੰਗ ਹੈ ਬੱਚਿਓ ਕੰਪਿਊਟਰ ਸਿਸਟਮ ਦਾ। ਜਿਵੇਂ ਮਨੁੱਖੀ ਸਰੀਰ ਦਿਮਾਗ ਤੋਂ ਬਿਨਾਂ ਕੰਮ ਨਹੀਂ ਕਰ ਸਕਦਾ ਹੈ, ਇਸੇ ਤਰ੍ਹਾਂ ਹੀ ਕੰਪਿਊਟਰ ਦਾ ਹਾਰਡਵੇਅਰ ਜਦ ਤੱਕ ਉਸ ਦੇ ਕੋਲ ਕੋਈ ਆਪਰੇਟਿੰਗ ਸਿਸਟਮ ਨਹੀਂ ਹੈ, ਉਸ ਤੋਂ ਬਿਨਾਂ ਕੋਈ ਕੰਮ ਨਹੀਂ ਕਰ ਸਕਦਾ ਹੈ। ਇਸ ਕਰਕੇ ਆਪਰੇਟਿੰਗ ਸਿਸਟਮ ਕੰਪਿਊਟਰ ਲਈ ਸਭ ਤੋਂ ਜ਼ਰੂਰੀ ਪ੍ਰੋਗਰਾਮ ਹੈ। ਇਹ ਕੰਪਿਊਟਰ ਨੂੰ ਚਲਾਉਣ ਦੇ ਕੰਮ ਆਉਂਦਾ ਹੈ। ਇਸ ਤੋਂ ਬਿਨਾਂ ਕੰਪਿਊਟਰ ਕੰਮ ਨਹੀਂ ਕਰ ਸਕਦਾ। ਸਿਸਟਮ ਪ੍ਰੋਗਰਾਮਾਂ ਦੇ ਸਮੂਹ ਨੂੰ ਆਪਰੇਟਿੰਗ ਸਿਸਟਮ ਕਿਹਾ ਜਾਂਦਾ ਹੈ। ਇਹ ਕੰਪਿਊਟਰ ਹਾਰਡਵੇਅਰ, ਹੋਰ ਸੌਫਟਵੇਅਰ ਅਤੇ ਯੂਜ਼ਰ ਦੇ ਵਿੱਚ ਸੰਬੰਧ ਬਣਾਉਂਦਾ ਹੈ। ਦੇਖੋ ਬੱਚਿਓ, ਦੂਸਰੀ ਤਸਵੀਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜੋ ਸਿਸਟਮ ਸੌਫਟਵੇਅਰ ਹੈ ਉਹ ਹਾਰਡਵੇਅਰ ਦੇ ਉੱਪਰ ਕੰਮ ਕਰਦਾ ਹੈ ਔਰ ਐਪਲੀਕੇਸ਼ਨ ਸੌਫਟਵੇਅਰ ਸਿਸਟਮ ਸੌਫਟਵੇਅਰ ਦੇ ਅੰਦਰ ਪਾਏ ਜਾਂਦੇ ਹਨ। ਯੂਜ਼ਰ ਜੋ ਹੈ ਐਪਲੀਕੇਸ਼ਨ ਸੌਫਟਵੇਅਰ ਦੇ ਰਾਹੀਂ ਸਿਸਟਮ ਸੌਫਟਵੇਅਰ ਅਤੇ ਹਾਰਡਵੇਅਰ ਦੇ ਨਾਲ ਇੰਟਰੈਕਟ ਕਰਦਾ ਹੈ। ਇਸ ਕਰਕੇ ਬੱਚਿਓ ਆਪਰੇਟਿੰਗ ਸਿਸਟਮ ਇੱਕ ਮੈਨੇਜਰ ਦੀ ਤਰ੍ਹਾਂ ਕੰਮ ਕਰਦਾ ਹੈ। ਜੋ ਵੀ ਸਾਡੇ ਕੰਪਿਊਟਰ ਦੀ ਕਾਰਜ ਪ੍ਰਣਾਲੀ ਹੈ ਉਹ ਸਾਰਾ ਕੰਮ ਕਿਸ ਨੇ ਦੇਖਣਾ ਹੁੰਦਾ ਹੈ? ਆਪਰੇਟਿੰਗ ਸਿਸਟਮ ਨੇ ਦੇਖਣਾ ਹੁੰਦਾ ਹੈ। ਇਸ ਕਰਕੇ ਅਸੀਂ ਕਹਿ ਸਕਦੇ ਹਾਂ ਕਿ ਸਾਡਾ ਆਪਰੇਟਿੰਗ ਸਿਸਟਮ ਯੂਜ਼ਰ ਅਤੇ ਹਾਰਡਵੇਅਰ ਦੇ ਵਿਚਕਾਰ ਇੱਕ ਇੰਟਰਫੇਸ ਹੈ। ਆਪਰੇਟਿੰਗ ਸਿਸਟਮ ਦੀਆਂ ਬੱਚਿਓ ਕੁਝ ਉਦਾਹਰਨਾਂ ਮੈਂ ਇੱਥੇ ਤੁਹਾਨੂੰ ਦੱਸਾਂਗੀ, ਜਿਵੇਂ ਕਿ ਸਾਡੀਆਂ ਵਿੰਡੋਜ਼ ਆਪਰੇਟਿੰਗ ਸਿਸਟਮ, ਯੂਨਿਕਸ ਆਪਰੇਟਿੰਗ ਸਿਸਟਮ, ਲਿਨਕਸ ਆਪਰੇਟਿੰਗ ਸਿਸਟਮ, ਮੈਕ ਆਪਰੇਟਿੰਗ ਸਿਸਟਮ। ਤਸਵੀਰ ਨੰਬਰ 1 ਦੇ ਵਿੱਚ ਦੇਖੋ ਜੋ ਉੱਪਰ ਦਿਖਾਈ ਗਈ ਹੈ, ਉਸ ਦੇ ਵਿੱਚ ਹਰ ਤਰ੍ਹਾਂ ਦਾ ਆਪਰੇਟਿੰਗ ਸਿਸਟਮ ਦਿਖਾਇਆ ਗਿਆ ਹੈ। ਇਹ ਸਾਰੇ ਕੀ ਹਨ? ਸਾਡੇ ਆਪਰੇਟਿੰਗ ਸਿਸਟਮ ਹਨ। ਅੱਗੇ ਅਸੀਂ ਪੜ੍ਹਾਂਗੇ ਬੱਚਿਓ ਵਿੰਡੋਜ਼ ਕੀ ਹਨ। ਆਪਰੇਟਿੰਗ ਸਿਸਟਮ ਬਾਰੇ ਜਾਣਕਾਰੀ ਲੈਣ ਤੋਂ ਬਾਅਦ ਹੁਣ ਅਸੀਂ ਦੇਖਦੇ ਹਾਂ ਕਿ ਵਿੰਡੋ ਕੀ ਹੈ। ਵਿੰਡੋ ਕੀ ਹੈ? ਆਪਰੇਟਿੰਗ ਸਿਸਟਮ ਹੀ ਹੈ। ਵਿੰਡੋਜ਼ ਨੂੰ ਆਪਰੇਟਿੰਗ ਸਿਸਟਮ ਦਾ ਨਾਮ ਹੀ ਦਿੱਤਾ ਜਾਂਦਾ ਹੈ ਕਿਉਂਕਿ ਸਾਡੇ ਕੋਲ ਅਲੱਗ-ਅਲੱਗ ਤਰ੍ਹਾਂ ਦੇ ਆਪਰੇਟਿੰਗ ਸਿਸਟਮ ਹਨ, ਜਿਵੇਂ ਯੂਨਿਕਸ, ਲਿਨਕਸ, ਮੈਕ, ਵਿੰਡੋਜ਼। ਉਹਨਾਂ ਵਿੱਚੋਂ ਇੱਕ ਆਪਰੇਟਿੰਗ ਸਿਸਟਮ ਦੀ ਕਿਸਮ ਹੈ ਵਿੰਡੋਜ਼। ਠੀਕ ਹੈ। ਵਿੰਡੋਜ਼ ਨੂੰ ਜਦ ਤੱਕ ਅਸੀਂ ਕੰਪਿਊਟਰ ਹਾਰਡਵੇਅਰ ਦੇ ਉੱਪਰ ਨਹੀਂ ਪਾਵਾਂਗੇ ਤਦ ਤੱਕ ਅਸੀਂ ਹਾਰਡਵੇਅਰ ਦੇ ਨਾਲ ਕੰਮ ਨਹੀਂ ਕਰ ਸਕਦੇ ਹਾਂ। ਇਸ ਨੂੰ ਕੰਪਿਊਟਰ ਦੀ ਹਾਰਡ ਡਿਸਕ ਵਿੱਚ ਲੋਡ ਕੀਤਾ ਜਾਂਦਾ ਹੈ। ਵਿੰਡੋਜ਼ ਸਾਨੂੰ ਕੀ ਦਿੰਦੀ ਹੈ? ਗ੍ਰਾਫਿਕਲ ਯੂਜ਼ਰ ਇੰਟਰਫੇਸ, ਮਤਲਬ ਤਸਵੀਰਾਂ ਵਾਲਾ ਇੰਟਰਫੇਸ। ਇਸ ਦੇ ਨਾਲ ਅਸੀਂ ਕੰਪਿਊਟਰ 'ਤੇ ਆਸਾਨੀ ਨਾਲ ਕੰਮ ਕਰ ਸਕਦੇ ਹਾਂ। ਠੀਕ ਹੈ। ਸਾਡੇ ਕੋਲ ਤਸਵੀਰਾਂ ਹੋਣਗੀਆਂ, ਅਸੀਂ ਤਸਵੀਰਾਂ ਨੂੰ ਦੇਖਦੇ ਹੋਏ ਇਸ ਵਿੰਡੋਜ਼ ਦੇ ਉੱਪਰ ਆਸਾਨੀ ਨਾਲ ਆਪਣਾ ਕੰਮ ਕਰਦੇ ਹਾਂ। ਇਸ ਵਿੱਚ ਅਸੀਂ ਕੋਈ ਵੀ ਸੌਫਟਵੇਅਰ ਆਸਾਨੀ ਨਾਲ ਚਲਾ ਸਕਦੇ ਹਾਂ। ਵਿੰਡੋਜ਼ ਸਾਨੂੰ ਮਦਦ ਕਰਦੀ ਹੈ ਕਿ ਅਸੀਂ ਆਪਣੇ ਐਪਲੀਕੇਸ਼ਨ ਪ੍ਰੋਗਰਾਮਸ ਜਿਹੜੇ ਹਨ ਉਹਨਾਂ ਨੂੰ ਆਸਾਨੀ ਨਾਲ ਚਲਾ ਸਕੀਏ। ਇਸ ਤਸਵੀਰ ਦੇ ਵਿੱਚ ਦੇਖੋ ਬੱਚਿਓ, ਜਦੋਂ ਤੁਹਾਡਾ ਕੰਪਿਊਟਰ ਸਿਸਟਮ ਸਟਾਰਟ ਹੋ ਜਾਂਦਾ ਹੈ ਤਾਂ ਵਿੰਡੋਜ਼ ਦੀ ਜੋ ਪਹਿਲੀ ਸਕਰੀਨ ਹੈ ਉਹ ਦਿਖਾਈ ਗਈ ਹੈ, ਜਿਸ ਦੇ ਵਿੱਚ ਅਲੱਗ-ਅਲੱਗ ਪ੍ਰਕਾਰ ਦੀ ਜਾਣਕਾਰੀ ਹੈ, ਜਿਵੇਂ ਕਿ ਡੈਸਕਟਾਪ, ਆਈਕਨਸ, ਸਟਾਰਟ ਬਟਨ, ਟਾਸਕ ਬਾਰ ਔਰ ਨੋਟੀਫਿਕੇਸ਼ਨ ਏਰੀਆ। ਹੁਣ ਤਾਂ ਪਤਾ ਲੱਗਿਆ ਹੋਵੇਗਾ ਬੱਚਿਓ ਕਿ ਵਿੰਡੋਜ਼ ਕੀ ਹਨ। ਕਿ ਵਿੰਡੋਜ਼ ਵੀ ਸਾਡੀਆਂ ਇੱਕ ਆਪਰੇਟਿੰਗ ਸਿਸਟਮ ਹੀ ਹਨ, ਜਿਹੜੀਆਂ ਕਿ ਕੰਪਿਊਟਰ ਨੂੰ ਚੱਲਣ ਦੇ ਵਿੱਚ ਮਦਦ ਕਰਦੀਆਂ ਹਨ। ਇਹ ਗ੍ਰਾਫਿਕਲ ਯੂਜ਼ਰ ਇੰਟਰਫੇਸ ਹੁੰਦੀਆਂ ਹਨ, ਮਤਲਬ ਕਿ ਇਹ ਤਸਵੀਰਾਂ ਦੇ ਮਾਧਿਅਮ ਰਾਹੀਂ ਸਾਨੂੰ ਕੰਪਿਊਟਰ ਦੇ ਉੱਪਰ ਕੰਮ ਕਰਨ ਦੇ ਵਿੱਚ ਮਦਦ ਕਰਦੀਆਂ ਹਨ। ਅੱਗੇ ਅਸੀਂ ਸਭ ਤੋਂ ਪਹਿਲੇ ਸਿੱਖਾਂਗੇ
कि कंप्यूटर किवें शुरू करना है। देखो बच्चों, जो तुसी लैब दे विच जांदे हो उत्थे मोनीटर, कीबोर्ड, माउस और नाल CPU पिया हुंदा है। ठीक है, CPU दे अगले पासे एक पावर दा बटन लग्या हुंदा है। तुसी उस बटन नूं दबाना है और मोनीटर जे ऑन नहीं है तो मोनीटर दे बटन नूं भी ऑन करना है। हुण साडे कंप्यूटर सिस्टम विच ऑपरेटिंग सिस्टम लोड होना शुरू हो जाएगा। ਜਦੋਂ ਅਸੀਂ ਪਾਵਰ ਬਟਨ ਦਬਾਉਂਦੇ ਹਾਂ ਤਾਂ ਸਾਡੀਆਂ ਜੋ ਵਿੰਡੋਜ਼ ਹਨ ਉਹ ਹਾਰਡ ਡਿਸਕ ਜਾਂ ਰੋਮ ਤੋਂ ਰੈਮ ਦੇ ਵਿੱਚ ਲੋਡ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ। ਔਰ ਇਸ ਪ੍ਰਕਿਰਿਆ ਨੂੰ ਅਸੀਂ ਕਾਹਦਾ ਨਾਮ ਦਿੰਦੇ ਹਾਂ? ਬੂਟਿੰਗ ਪ੍ਰੋਸੈਸ। ਅਸੀਂ ਇਸ ਨੂੰ ਕੀ ਕਹਿੰਦੇ ਹਾਂ? ਬੂਟਿੰਗ ਪ੍ਰੋਸੈਸ। ਜਦ ਤੱਕ ਸਾਡੀਆਂ ਜਿਹੜੀਆਂ ਵਿੰਡੋਜ਼ ਨੇ ਉਹ ਪੂਰੀ ਤਰ੍ਹਾਂ ਲੋਡ ਨਹੀਂ ਹੋ ਜਾਂਦੀਆਂ। ਜਦੋਂ ਬੂਟਿੰਗ ਪ੍ਰੋਸੈਸ ਜੋ ਹੈ, ਬੂਟਿੰਗ ਪ੍ਰਕਿਰਿਆ ਜੋ ਹੈ ਖ਼ਤਮ ਹੋ ਜਾਂਦੀ ਹੈ ਤਾਂ ਸਾਨੂੰ ਇੱਕ ਸਕਰੀਨ ਨਜ਼ਰ ਆਉਂਦੀ ਹੈ। ਸਕਰੀਨ ਦੇ ਵਿੱਚ ਦਿਖਾਏ ਅਨੁਸਾਰ ਕੰਪਿਊਟਰ ਨੂੰ ਲੌਗਇਨ ਕਰਨ ਲਈ ਆਪਣੇ ਕੰਪਿਊਟਰ 'ਤੇ ਲੱਗੇ ਕੰਟਰੋਲ, ਆਲਟ ਔਰ ਡਿਲੀਟ ਕੀਜ਼ ਨੂੰ ਦਬਾਓ। ਠੀਕ ਹੈ, ਇਹਨਾਂ ਨੂੰ ਦਬਾਉਣ ਤੋਂ ਬਾਅਦ ਇਹਨਾਂ ਤਿੰਨਾਂ ਨੂੰ ਇਕੱਠੇ ਦਬਾਉਣਾ ਹੈ। ਦਬਾਉਣ ਤੋਂ ਬਾਅਦ ਤੁਹਾਨੂੰ ਇੱਕ ਲੌਗਇਨ ਸਕਰੀਨ ਨਜ਼ਰ ਆਏਗੀ। ਇਸ ਦੇ ਵਿੱਚ ਬੱਚਿਓ ਤੁਸੀਂ ਆਪਣਾ ਯੂਜ਼ਰ ਨੇਮ ਅਤੇ ਪਾਸਵਰਡ ਭਰਨਾ ਹੈ। ਜੋ ਕੰਪਿਊਟਰ ਦਾ ਯੂਜ਼ਰ ਨੇਮ ਅਤੇ ਪਾਸਵਰਡ ਹੋਏਗਾ ਉਹ ਭਰ ਕੇ ਐਂਟਰ ਕੀ ਦਬਾਓ ਤਾਂ ਤੁਹਾਡਾ ਕੰਪਿਊਟਰ ਸ਼ੁਰੂ ਹੋ ਜਾਏਗਾ। ਦੇਖੋ ਬੱਚਿਓ, ਇਸ ਤਸਵੀਰ ਦੇ ਵਿੱਚ ਮੈਂ ਤੁਹਾਨੂੰ ਸਟੈਪ ਬਾਏ ਸਟੈਪ ਦਿਖਾਇਆ ਹੈ ਕਿ ਤੁਸੀਂ ਲੈਬ ਦੇ ਵਿੱਚ ਜਾ ਕੇ ਆਪਣਾ ਕੰਪਿਊਟਰ ਕਿਵੇਂ ਔਨ ਕਰਨਾ ਹੈ। ਦੇਖੋ, ਸਭ ਤੋਂ ਪਹਿਲੇ ਜੋ CPU ਦੇ ਉੱਪਰ ਪਾਵਰ ਬਟਨ ਹੈ ਅਤੇ ਮੋਨੀਟਰ ਦੇ ਉੱਪਰ ਪਾਵਰ ਬਟਨ ਹੈ ਉਸ ਨੂੰ ਦਬਾਓ। ਵੇਟ ਕਰੋ ਜਦ ਤੱਕ ਬੂਟਿੰਗ ਖਤਮ ਨਾ ਹੋ ਜਾਏ ਤਾਂ ਸਕਰੀਨ ਨੰਬਰ 2 ਤੁਹਾਡੇ ਸਾਹਮਣੇ ਆਏਗੀ, ਜਿਸ ਦੇ ਵਿੱਚ ਤੁਸੀਂ ਕੰਟਰੋਲ, ਆਲਟ ਔਰ ਡਿਲੀਟ ਇਹ ਤਿੰਨੇ ਕੀਜ਼ ਨੂੰ ਇਕੱਠੇ ਦਬਾਓਗੇ ਤਾਂ 3 ਨੰਬਰ ਸਕਰੀਨ ਤੁਹਾਡੇ ਸਾਹਮਣੇ ਆਏਗੀ, ਜਿਸ ਦੇ ਵਿੱਚ ਉਹ ਤੁਹਾਡੇ ਕੋਲੋਂ ਯੂਜ਼ਰ ਨੇਮ ਅਤੇ ਪਾਸਵਰਡ ਮੰਗੇਗਾ। ਜੋ ਉਸ ਕੰਪਿਊਟਰ ਸਿਸਟਮ ਦਾ ਯੂਜ਼ਰ ਨੇਮ ਅਤੇ ਪਾਸਵਰਡ ਰੱਖਿਆ ਹੋਏਗਾ ਉਸ ਨੂੰ ਭਰੋ। ਭਰਨ ਤੋਂ ਬਾਅਦ ਐਰੋ 'ਤੇ ਕਲਿੱਕ ਕਰ ਦਿਓ, ਜੋ ਪਾਸਵਰਡ ਦੇ ਅੱਗੇ ਐਰੋ ਬਣਿਆ ਹੋਇਆ ਹੈ। ਨਹੀਂ ਤਾਂ ਫਿਰ ਤੁਸੀਂ ਐਂਟਰ ਕੀ ਦਬਾਓ ਤਾਂ ਸਕਰੀਨ ਨੰਬਰ 4 ਆਏਗੀ। ਤੁਹਾਡਾ ਕੰਪਿਊਟਰ ਸਿਸਟਮ ਸਟਾਰਟ ਹੋ ਜਾਏਗਾ ਔਰ ਵਿੰਡੋਜ਼ ਜੋ ਹਨ ਉਹ ਸਟਾਰਟ ਹੋ ਜਾਣਗੀਆਂ। ਅੱਗੇ ਆਉਂਦਾ ਹੈ ਬੱਚਿਓ ਕਿ ਕੰਪਿਊਟਰ ਨੂੰ ਸਟਾਰਟ ਕਰਨ ਤੋਂ ਬਾਅਦ ਜੋ ਸਾਡੇ ਕੋਲ ਪਹਿਲੀ ਸਕਰੀਨ ਆਉਂਦੀ ਹੈ ਉਹ ਕੀ ਹੈ? ਅਸੀਂ ਉਸ ਨੂੰ ਕੀ ਕਹਿੰਦੇ ਹਾਂ? ਡੈਸਕਟਾਪ ਕਹਿੰਦੇ ਹਾਂ। ਡੈਸਕਟਾਪ ਕੀ ਹੈ ਕਿ ਕੰਪਿਊਟਰ ਦੇ ਸਟਾਰਟ ਹੋਣ ਤੋਂ ਬਾਅਦ ਮੋਨੀਟਰ 'ਤੇ ਨਜ਼ਰ ਆਉਣ ਵਾਲੀ ਮੁੱਢਲੀ ਸਕਰੀਨ, ਜੋ ਸਾਡੀ ਪਹਿਲੀ ਸਕਰੀਨ ਨਜ਼ਰ ਆਏਗੀ ਕੰਪਿਊਟਰ ਸਿਸਟਮ ਦੀ, ਅਸੀਂ ਉਸ ਨੂੰ ਕੀ ਆਖਾਂਗੇ? ਡੈਸਕਟਾਪ ਆਖਾਂਗੇ। ਡੈਸਕਟਾਪ ਦੀ ਮਦਦ ਦੇ ਨਾਲ ਸਾਰੇ ਪ੍ਰੋਗਰਾਮ ਅਸੀਂ ਚਲਾ ਸਕਦੇ ਹਾਂ। ਡੈਸਕਟਾਪ ਦੇ 3 ਭਾਗ ਹੁੰਦੇ ਨੇ, ਆਈਕਨਸ, ਟਾਸਕ ਬਾਰ ਅਤੇ ਸ਼ਾਰਟਕਟ। ਦੇਖੋ, ਇਸ ਤਸਵੀਰ ਦੇ ਵਿੱਚ ਵੀ ਤੁਹਾਨੂੰ ਨਜ਼ਰ ਆਏਗਾ ਪਹਿਲਾ ਜੋ ਤੀਰ ਦਾ ਨਿਸ਼ਾਨ ਹੈ ਵੱਡੇ ਵਾਲਾ ਉਹ ਕਿਹਨੂੰ ਦਰਸਾ ਰਿਹਾ ਹੈ? ਆਈਕਨਸ ਨੂੰ ਦਰਸਾ ਰਿਹਾ ਹੈ। ਜੋ ਉਸ ਤੋਂ ਅੱਗੇ ਹੈ ਦੂਸਰਾ ਤੀਰ ਦਾ ਨਿਸ਼ਾਨ ਡੈਸਕਟਾਪ ਨੂੰ ਦਰਸਾ ਰਿਹਾ ਹੈ ਔਰ ਤੀਸਰਾ ਨਿਸ਼ਾਨ ਜੋ ਹੈ ਉਹ ਟਾਸਕ ਬਾਰ ਨੂੰ ਦਰਸਾ ਰਿਹਾ ਹੈ। ਇਹ ਤਿੰਨੇ ਭਾਗ ਕੀ ਹਨ? ਡੈਸਕਟਾਪ ਦੇ ਹਨ, ਆਈਕਨਸ, ਡੈਸਕਟਾਪ ਅਤੇ ਟਾਸਕ ਬਾਰ ਔਰ ਸ਼ਾਰਟਕਟ ਕੀਜ਼। ਇਹ ਵੀ ਡੈਸਕਟਾਪ ਦਾ ਇੱਕ ਅੰਗ ਹਨ। ਅੱਗੇ ਅਸੀਂ ਪੜ੍ਹਾਂਗੇ ਬੱਚਿਓ ਕਿ ਆਈਕਨਸ ਕੀ ਹੁੰਦੇ ਹਨ। ਦੇਖੋ, ਜਦੋਂ ਵੀ ਤੁਸੀਂ ਡੈਸਕਟਾਪ ਦੇ ਉੱਤੇ ਕੰਮ ਕਰਦੇ ਹੋ, ਜਿਵੇਂ ਕਿ ਤੁਸੀਂ ਇੱਥੇ ਪਿਛਲੀ ਤਸਵੀਰ ਦੇ ਵਿੱਚ ਦੇਖੋ, ਛੋਟੇ ਛੋਟੇ ਜਿਹੜੇ ਤੁਹਾਨੂੰ ਤਸਵੀਰਾਂ ਨਜ਼ਰ ਆ ਰਹੀਆਂ ਹਨ ਇਹਨਾਂ ਨੂੰ ਅਸੀਂ ਕੀ ਆਖਾਂਗੇ? ਆਈਕਨਸ ਕਹਾਂਗੇ। ਠੀਕ ਹੈ, ਡੈਸਕਟਾਪ ਦੇ ਉੱਪਰ ਨਜ਼ਰ ਆਉਣ ਵਾਲੀਆਂ ਛੋਟੀਆਂ ਛੋਟੀਆਂ ਤਸਵੀਰਾਂ ਨੂੰ ਅਸੀਂ ਆਈਕਨ ਕਹਿੰਦੇ ਹਾਂ। ਇਹਨਾਂ ਦੇ ਉੱਪਰ ਕਲਿੱਕ ਕਰਨ ਦੇ ਨਾਲ ਹੀ ਅਸੀਂ ਕੰਮ ਕਰ ਸਕਦੇ ਹਾਂ। ਬਟਨ ਦੀ ਤਰ੍ਹਾਂ ਇਹ ਕੰਮ ਕਰਦੇ ਹਨ, ਜਿਵੇਂ ਕਿ ਇੱਕ ਬਟਨ ਨੂੰ ਇੱਕ ਵਾਰੀ ਦਬਾਓ ਜਾਂ 2 ਵਾਰੀ ਦਬਾਓ। ਆਈਕਨ ਫਾਈਲਾਂ ਅਤੇ ਫੋਲਡਰਾਂ ਨੂੰ ਦਰਸਾਉਂਦੇ ਹਨ। ਡੈਸਕਟਾਪ 'ਤੇ ਨਜ਼ਰ ਆਉਣ ਵਾਲੇ ਮੁੱਖ ਆਈਕਨ ਹੁੰਦੇ ਹਨ ਮਾਈ ਕੰਪਿਊਟਰ, ਨੈਟਵਰਕ, ਯੂਜ਼ਰ ਫਾਈਲਸ ਅਤੇ ਰੀਸਾਈਕਲ ਬਿਨ। ਇਸ ਤੋਂ ਇਲਾਵਾ ਬੱਚੋ ਹੋਰ ਵੀ ਬਹੁਤ ਸਾਰੇ ਆਈਕਨਸ ਹੁੰਦੇ ਹਨ ਔਰ ਕਈ ਸ਼ਾਰਟਕਟਸ ਵੀ ਹੁੰਦੇ ਹਨ। ਜੋ ਤੁਹਾਡੀ ਇੱਛਾ ਹੈ ਤੁਸੀਂ ਉਹ ਆਈਕਨ ਜਾਂ ਸ਼ਾਰਟਕਟ ਜੋ ਹੈ ਆਪਣੀ ਡੈਸਕਟਾਪ ਸਕਰੀਨ ਦੇ ਉੱਪਰ ਰੱਖ ਸਕਦੇ ਹੋ।
ठीक है। सो बच्चों क्लीयर है कि डेस्कटॉप की हुंदा है और आइकन्स की हुंदे ਹਨ। ਹੁਣ ਅਸੀਂ ਇਹਨਾਂ ਆਈਕਨਸ ਬਾਰੇ ਅੱਗੇ ਡਿਟੇਲ ਦੇ ਵਿੱਚ ਪੜ੍ਹਦੇ ਹਾਂ। ਸਭ ਤੋਂ ਪਹਿਲਾ ਆਈਕਨ ਹੈ ਸਾਡਾ ਮਾਈ ਕੰਪਿਊਟਰ। ਜੋ ਮਾਈ ਕੰਪਿਊਟਰ ਆਈਕਨ ਹੈ ਡੈਸਕਟॉप ਦੇ ਉੱਪਰ ਸਭ ਤੋਂ ਟੌਪ ਤੇ ਤੁਹਾਨੂੰ ਨਜ਼ਰ ਆਏਗਾ। ਜਦੋਂ ਤੁਸੀਂ ਇਸ ਦੇ ਉੱਪਰ ਕਲਿੱਕ ਕਰਦੇ ਹੋ ਤਾਂ ਤੁਸੀਂ ਇਸ ਦੇ ਵਿਚਲੀਆਂ ਫਾਈਲਾਂ, ਫੋਲਡਰਾਂ ਅਤੇ ਡਰਾਈਵਸ ਜਿੰਨੇ ਵੀ ਚੀਜ਼ਾਂ ਸ਼ਾਮਿਲ ਹਨ ਤੁਸੀਂ ਦੇਖ ਸਕਦੇ ਹੋ। ਦੇਖੋ ਇਸ ਤਸਵੀਰ ਦੇ ਵਿੱਚ ਮਾਈ ਕੰਪਿਊਟਰ ਆਈਕਨ ਖੁੱਲਿਆ ਹੋਇਆ ਹੈ, ਜਿਸ ਦੇ ਵਿੱਚ ਕੰਪਿਊਟਰ ਸਿਸਟਮ 'ਚ ਜਿੰਨੀਆਂ ਡਰਾਈਵਸ ਹਨ ਉਹ ਸਾਰੀਆਂ ਨਜ਼ਰ ਆ ਰਹੀਆਂ ਹਨ। ਇਸ ਕਰਕੇ ਕੰਪਿਊਟਰ ਦੀਆਂ ਜਿੰਨੀਆਂ ਡਰਾਈਵਸ ਹੋਣਗੀਆਂ, ਹਾਰਡ ਡਿਸਕ ਨੂੰ ਵੱਖਰੇ ਵੱਖਰੇ ਭਾਗਾਂ 'ਚ ਵੰਡਿਆ ਜਾਂਦਾ ਹੈ ਜਿਨ੍ਹਾਂ ਨੂੰ ਅਸੀਂ ਡਰਾਈਵਸ ਕਹਿੰਦੇ ਹਾਂ। ਠੀਕ ਹੈ, ਇਹਨਾਂ ਡਰਾਈਵਸ ਦੇ ਉੱਪਰ ਹੀ ਡਾਟਾ ਜੋ ਹੈ ਸਟੋਰ ਕੀਤਾ ਜਾਂਦਾ ਹੈ। ਕੰਪਿਊਟਰ ਸਿਸਟਮ ਦੀਆਂ ਕਈ ਡਰਾਈਵਸ ਹੋ ਸਕਦੀਆਂ ਨੇ, ਜਿਵੇਂ ਅਸੀਂ ਉਹਨਾਂ ਨੂੰ ਨਾਮ ਦੇ ਲਈਏ A ਡਰਾਈਵ ਫॉर ਫਲੋਪੀ ਡਿਸਕ, C ਡਰਾਈਵ, D ਡਰਾਈਵ, E ਡਰਾਈਵ, F ਡਰਾਈਵ, G ਡਰਾਈਵ। ਠੀਕ ਹੈ, ਤੁਹਾਡੀ ਅਲਫਾਬੈਟੀਕਲੀ ਨੇਮਸ ਦੇ ਅਕੋਰਡਿੰਗ ਡਰਾਈਵਸ ਜਿਹੜੀਆਂ ਨੇ ਨਜ਼ਰ ਆਉਣਗੀਆਂ। ਈਵਨ ਤੁਸੀਂ ਇਹਨਾਂ ਨੂੰ ਰੀਨੇਮ ਵੀ ਕਰ ਸਕਦੇ ਹੋ। ਅਗਲਾ ਆਈਕਨ ਹੈ ਡੈਸਕਟॉप ਦੇ ਉੱਪਰ ਨੈਟਵਰਕ। ਨੈਟਵਰਕ ਨੇਬਰਹੁੱਡ ਦਾ ਜੋ ਆਈਕਨ ਹੁੰਦਾ ਹੈ, ਇਸ ਨੂੰ ਖੋਲ੍ਹ ਕੇ ਅਸੀਂ ਆਪਣੇ ਕੰਪਿਊਟਰ ਦੀਆਂ ਨੈਟਵਰਕ ਸੈਟਿੰਗਸ ਨੂੰ ਵੇਖਦੇ ਹਾਂ ਅਤੇ ਜ਼ਰੂਰਤ ਅਨੁਸਾਰ ਉਹਨਾਂ ਦੀਆਂ ਸੈਟਿੰਗਸ ਕਰਦੇ ਹਾਂ। ਇਸ ਦੀ ਵਰਤੋਂ ਨੈਟਵਰਕ ਨਾਲ ਜੁੜੇ ਹੋਏ ਕੰਪਿਊਟਰਾਂ ਤੱਕ ਪਹੁੰਚਣ ਲਈ ਵੀ ਕੀਤੀ ਜਾਂਦੀ ਹੈ। ਜੇ ਸਾਡਾ ਕੰਪਿਊਟਰ ਸਿਸਟਮ ਨੈਟਵਰਕ ਦੇ ਵਿੱਚ ਹੈ ਤਾਂ ਇਹਦੇ ਵਿੱਚ ਸਾਰੇ ਦੇ ਸਾਰੇ ਜਿੰਨੀਆਂ ਡਿਵਾਈਸਿਸ ਨੈਟਵਰਕ 'ਤੇ ਹਨ ਉਹ ਸਾਰੀਆਂ ਅਸੀਂ ਦੇਖਣ ਵਾਸਤੇ ਨੈਟਵਰਕ ਨੇਬਰਹੁੱਡ ਆਈਕਨ ਦੀ ਵਰਤੋਂ ਕਰਾਂਗੇ। ਔਰ ਜੇ ਸਾਡਾ ਕੰਪਿਊਟਰ ਨੈਟਵਰਕ ਨਾਲ ਕਨੈਕਟਡ ਨਹੀਂ ਹੈ ਤਾਂ ਇਹ ਸਾਨੂੰ ਇੱਕ ਮੈਸੇਜ ਦੇ ਦੇਗਾ ਕਿ ਸਾਡਾ ਕੰਪਿਊਟਰ ਨੈਟਵਰਕ ਦੇ ਨਾਲ ਕਨੈਕਟਡ ਨਹੀਂ ਹੈ। ਹੁਣ ਇਸ ਤਸਵੀਰ 'ਚ ਦੇਖੋ ਇੱਕ ਵਨ ਡਰਾਈਵ G ਹੈ ਜੋ ਨੈਟਵਰਕ ਦੇ ਨਾਲ ਕਨੈਕਟਡ ਹੈ ਔਰ ਉਹ ਦਿਖਾ ਰਿਹਾ ਹੈ ਉਸਨੂੰ ਕਿ ਨੈਟਵਰਕ ਲੋਕੇਸ਼ਨਸ ਦੇ ਵਿੱਚ ਇੱਕ ਵਨ ਡਰਾਈਵ G ਹੈ। ਦੇਖੋ ਵਨ ਡਰਾਈਵ G ਹੈ ਜੋ ਨੈਟਵਰਕ ਨੇਬਰਹੁੱਡ ਆਈਕਨ ਦੇ ਅੰਦਰ ਜੋ ਵਿੰਡੋ ਖੁੱਲਦੀ ਹੈ ਤਾਂ ਉਸ ਦੇ ਵਿੱਚ ਨਜ਼ਰ ਆ ਰਹੀ ਹੈ। ਔਰ ਜੇ ਕੋਈ ਵੀ ਡਿਵਾਈਸ ਕਨੈਕਟਡ ਨਾ ਹੋਏ ਤਾਂ ਇਹ ਇੱਥੇ ਖਾਲੀ ਸ਼ੋ ਕਰੇਗਾ। ਇੱਥੇ ਨੰਬਰ ਆਫ ਡਿਵਾਈਸਿਸ ਕਿੰਨੀਆਂ ਆਉਣਗੀਆਂ? 0 ਆਉਣਗੀਆਂ। ਇਸ ਤਰ੍ਹਾਂ ਜਿੰਨੀਆਂ ਵੀ ਨੈਟਵਰਕ ਦੇ ਉੱਤੇ ਡਿਵਾਈਸਿਸ ਹੋਣਗੀਆਂ ਨੈਟਵਰਕ ਲੋਕੇਸ਼ਨਸ ਦੇ ਅੰਦਰ ਤੁਸੀਂ ਉਹਨਾਂ ਨੂੰ ਮੈਪ ਕਰ ਸਕਦੇ ਹੋ। ਅੱਗੇ ਬੱਚਿਓ ਆ ਜਾਂਦੀਆਂ ਹਨ ਨੈਕਸਟ ਆਪਣਾ ਆਈਕਨ ਹੈ ਯੂਜ਼ਰ ਫਾਈਲਸ। ਇਸ ਆਈਕਨ ਦੇ ਵਿੱਚ ਸਾਡੇ ਰਾਹੀਂ ਬਣਾਈ ਗਈ ਜਾਂ ਡਾਊਨਲੋਡ ਕੀਤੀ ਗਈ ਫਾਈਲਾਂ ਸੇਵ ਕੀਤੀਆਂ ਜਾਂਦੀਆਂ ਹਨ। ਜਿਵੇਂ ਬੱਚਿਓ ਤੁਸੀਂ ਪੇਂਟ ਕਰਦੇ ਹੋ, ਪੇਂਟ ਦਾ ਡਾਕੂਮੈਂਟ ਹੁੰਦਾ ਹੈ, ਜਾਂ ਤੁਸੀਂ ਵਰਡ ਦੀ ਫਾਈਲ ਦੇ ਵਿੱਚ ਕੋਈ ਡਾਕੂਮੈਂਟ ਟਾਈਪ ਕਰਦੇ ਹੋ, ਜਾਂ ਫਿਰ ਤੁਸੀਂ ਕੋਈ ਆਡੀਓ ਫਾਈਲ ਜਾਂ ਵੀਡੀਓ ਫਾਈਲ ਜਾਂ ਕੋਈ ਤਸਵੀਰ, ਇਹ ਸਾਰੀਆਂ ਚੀਜ਼ਾਂ ਕਿਤੇ ਰੱਖਣੀਆਂ ਹਨ ਤਾਂ ਤੁਸੀਂ ਕਿੱਥੇ ਰੱਖੋਗੇ? ਯੂਜ਼ਰ ਫਾਈਲਸ ਦੇ ਅੰਦਰ ਰੱਖੋਗੇ। ਜਿੰਨੇ ਕੰਪਿਊਟਰ ਦੇ ਵਿੱਚ ਯੂਜ਼ਰ ਬਣੇ ਹੋਣਗੇ ਹਰ ਇੱਕ ਨੂੰ ਵੱਖਰੀ ਵੱਖਰੀ ਜਗ੍ਹਾ ਦਿੱਤੀ ਜਾਏਗੀ ਔਰ ਉਸ ਜਗ੍ਹਾ ਦੇ ਵਿੱਚ ਉਹ ਆਪਣੇ ਫਾਈਲਾਂ ਅਤੇ ਫੋਲਡਰ ਸੁਰੱਖਿਅਤ ਰੱਖ ਸਕਦੇ ਹਨ। ਇਸ ਫੋਲਡਰ ਦਾ ਨਾਮ ਵਿੰਡੋ ਯੂਜ਼ਰ ਦੇ ਨਾਮ 'ਤੇ ਆਧਾਰਿਤ ਹੁੰਦਾ ਹੈ। ਇਸ ਵਿੱਚ ਕਈ ਤਰ੍ਹਾਂ ਦੇ ਯੂਜ਼ਰ ਫੋਲਡਰ ਪਹਿਲਾਂ ਤੋਂ ਹੀ ਬਣੇ ਹੋਏ ਹੁੰਦੇ ਹਨ। ਜਿਵੇਂ ਕਿ ਮੈਂ ਆਪਣੇ ਕੰਪਿਊਟਰ ਸਿਸਟਮ ਨੂੰ ਆਪਣਾ ਯੂਜ਼ਰ ਨੇਮ ਔਰ ਪਾਸਵਰਡ ਦੇ ਨਾਲ ਲੌਗਇਨ ਕਰਦੀ ਹਾਂ ਤਾਂ ਉਸੇ ਯੂਜ਼ਰ ਨੇਮ ਤੋਂ ਹੀ ਮੇਰੀ ਜੋ ਯੂਜ਼ਰ ਫਾਈਲਸ ਨੇ ਬਣਦੀਆਂ ਹਨ ਔਰ ਇਹਦੇ ਵਿੱਚ ਪਹਿਲਾਂ ਤੋਂ ਹੀ ਬਹੁਤ ਸਾਰੇ ਜੋ ਫੋਲਡਰ ਹਨ ਉਹ ਬਣੇ ਹੁੰਦੇ ਹਨ ਸਾਡੀਆਂ ਫਾਈਲਾਂ ਨੂੰ ਸਾਂਭਣ ਵਾਸਤੇ। ਅਗਲਾ ਆਈਕਨ ਬੱਚਿਓ ਸਾਡੇ ਕੋਲ ਆ ਜਾਂਦਾ ਹੈ ਰੀਸਾਈਕਲ ਬਿਨ। ਰੀਸਾਈਕਲ ਬਿਨ ਨੂੰ ਸਮਝਣਾ ਬਹੁਤ ਆਸਾਨ ਹੈ। ਜਿਵੇਂ ਕਿ ਸਾਡੇ ਘਰ ਦੇ ਵਿੱਚ ਡਸਟਬਿਨ ਹੁੰਦਾ ਹੈ, ਅਸੀਂ ਸਾਰਾ ਕਚਰਾ ਉਸ ਦੇ ਵਿੱਚ ਪਾਉਂਦੇ ਹਾਂ। ਇਸੇ ਤਰ੍ਹਾਂ ਹੀ ਕੰਪਿਊਟਰ ਜਦੋਂ ਭਰ ਜਾਂਦਾ ਹੈ ਜਾਂ ਸਾਨੂੰ ਉਸ ਦੇ ਵਿੱਚੋਂ ਕੁਝ ਫਾਈਲਾਂ ਨਹੀਂ ਚਾਹੀਦੀਆਂ, ਸਾਡੀ ਲੋੜ ਤੋਂ ਬਾਹਰ ਹਨ ਉਹ ਫਾਈਲਾਂ, ਤਾਂ ਅਸੀਂ ਉਹਨਾਂ ਨੂੰ ਕੀ ਕਰਨਾ ਚਾਹੁੰਦੇ ਹਾਂ? ਡਿਲੀਟ ਕਰਨਾ ਚਾਹੁੰਦੇ ਹਾਂ। ਔਰ ਬੱਚਿਓ ਡਿਲੀਟ ਕੀਤੀਆਂ ਹੋਈਆਂ ਫਾਈਲਾਂ ਅਤੇ ਫੋਲਡਰ ਜਿਹੜੇ ਨੇ ਉਹ ਕਿੱਥੇ ਜਾਂਦੇ ਨੇ? ਰੀਸਾਈਕਲ ਬਿਨ ਦੇ ਅੰਦਰ ਜਾਂਦੇ ਨੇ। ਬਕਟ ਦੀ ਤਰ੍ਹਾਂ ਇਹ ਬਣਿਆ ਹੁੰਦਾ ਹੈ, ਜਿਵੇਂ ਕਿ ਛੋਟੀ ਜਿਹੀ ਬਾਲਟੀ ਹੈ, ਠੀਕ ਹੈ, ਔਰ ਇਹ ਡਸਟਬਿਨ ਦੀ ਸ਼ਕਲ ਵਰਗਾ ਹੀ ਹੁੰਦਾ ਹੈ। ਔਰ ਜੋ ਅਸੀਂ ਇਸ ਦੇ ਵਿੱਚ ਡਿਲੀਟ ਕਰਦੇ ਹਾਂ ਇਹ ਆਪਣੇ ਅੰਦਰ ਉਸ ਨੂੰ ਸਟੋਰ ਕਰਦਾ ਹੈ। ਜੇ ਤੁਸੀਂ ਗਲਤੀ ਨਾਲ ਕੋਈ ਫਾਈਲ ਡਿਲੀਟ ਕਰ ਲੈਂਦੇ ਹੋ ਤਾਂ ਰੀਸਾਈਕਲ ਬਿਨ 'ਚੋਂ ਤੁਸੀਂ ਉਸ ਫਾਈਲ ਨੂੰ ਵਾਪਸ ਲੈ ਕੇ ਜਾ ਸਕਦੇ ਹੋ। ਵਾਪਸ ਉਹ ਫਾਈਲ ਆਪਣੀ ਜਗ੍ਹਾ 'ਤੇ ਪਹੁੰਚ ਜਾਏਗੀ।
ਔਰ ਜੇ ਤੁਸੀਂ ਰੀਸਾਈਕਲ ਬਿਨ ਨੂੰ ਖਾਲੀ ਕਰ ਦਿੰਦੇ ਹੋ ਤਾਂ ਤੁਹਾਡੀਆਂ ਸਾਰੀਆਂ ਫਾਈਲਾਂ ਜੋ ਰੀਸਾਈਕਲ ਬਿਨ 'ਚ ਪਈਆਂ ਨੇ, ਜੋ ਤੁਸੀਂ ਡਿਲੀਟ ਕੀਤੀਆਂ ਹਨ, ਉਹ ਕੰਪਿਊਟਰ ਸਿਸਟਮ 'ਚੋਂ ਖਤਮ ਹੋ ਜਾਣਗੀਆਂ। ਸੋ ਕੋਈ ਵੀ ਫਾਈਲ ਜਿਹਨੂੰ ਤੁਸੀਂ ਡਿਲੀਟ ਕਰਨਾ ਚਾਹੁੰਦੇ ਹੋ ਉਸ ਨੂੰ ਸਿਲੈਕਟ ਕਰੋ, ਕੀਬੋਰਡ ਦੇ ਉੱਤੋਂ ਡਿਲੀਟ ਕੀ ਦਬਾਓ, ਐਂਟਰ ਕੀ ਦਬਾਓ, ਤੁਹਾਡੀ ਫਾਈਲ ਜੋ ਹੈ ਆਪਣੇ ਆਪ ਰੀਸਾਈਕਲ ਬਿਨ 'ਚ ਚਲੀ ਜਾਏਗੀ। ਹੁਣ ਤੁਹਾਨੂੰ ਲੱਗਿਆ ਕਿ ਤੁਸੀਂ ਗਲਤੀ ਨਾਲ ਕੋਈ ਫਾਈਲ ਡਿਲੀਟ ਕਰ ਦਿੱਤੀ ਹੈ ਤਾਂ ਤੁਸੀਂ ਵਾਪਸ ਕਿੱਥੇ ਜਾਓਗੇ? ਰੀਸਾਈਕਲ ਬਿਨ ਦੇ ਅੰਦਰ ਜਾਓਗੇ। ਠੀਕ, ਰੀਸਾਈਕਲ ਬਿਨ ਨੂੰ ਖੋਲ ਕੇ ਉਸ ਦੇ ਅੰਦਰ ਫਾਈਲ ਦੇਖੋ ਕਿ ਗਲਤੀ ਨਾਲ ਡਿਲੀਟ ਕੀਤੀ ਹੋਈ ਫਾਈਲ ਕਿਹੜੀ ਹੈ, ਉਸ ਨੂੰ ਸਿਲੈਕਟ ਕਰੋ ਔਰ ਇਸ ਤਸਵੀਰ ਜੋ ਨੀਚੇ ਮੈਂ ਤਸਵੀਰ ਦਿਖਾ ਰਹੀ ਹਾਂ, ਇਸ ਦੇ ਵਿੱਚ ਦੇਖੋ ਉੱਪਰ ਗੋਲਾ ਮਾਰਕ ਹੈ ਰੀਸਟੋਰ ਦਿਸ ਆਈਟਮ। ਇਸ ਦੇ ਉੱਪਰ ਇੱਕ ਰੀਸਟੋਰ ਦਾ ਬਟਨ ਲੱਗਿਆ ਹੋਏਗਾ, ਤੁਸੀਂ ਇਸ ਰੀਸਟੋਰ ਦੇ ਬਟਨ 'ਤੇ ਕਲਿੱਕ ਕਰੋ ਜਾਂ ਫਿਰ ਉਸ ਆਈਟਮ 'ਤੇ ਰਾਈਟ ਕਲਿੱਕ ਕਰੋ, ਰੀਸਟੋਰ ਦੀ ਆਪਸ਼ਨ ਆਏਗੀ, ਰੀਸਟੋਰ 'ਤੇ ਕਲਿੱਕ ਕਰੋਗੇ ਤਾਂ ਫਾਈਲ ਆਪਣੀ ਜਗ੍ਹਾ 'ਤੇ ਵਾਪਸ ਚਲੀ ਜਾਏਗੀ। ਸੋ ਬੱਚਿਓ, ਰੀਸਾਈਕਲ ਬਿਨ ਦੇ ਵਿੱਚ ਅਸੀਂ ਡਿਲੀਟ ਕੀਤੀਆਂ ਹੋਈਆਂ ਫਾਈਲਾਂ ਵੀ ਰੱਖ ਸਕਦੇ ਹਾਂ ਔਰ ਉਹਨਾਂ ਨੂੰ ਵਾਪਸ ਰੀਸਟੋਰ ਵੀ ਕਰ ਸਕਦੇ ਹਾਂ ਜਾਂ ਫਿਰ ਆਪਣੇ ਕੰਪਿਊਟਰ ਤੋਂ ਉਹਨਾਂ ਨੂੰ ਪੱਕੇ ਤੌਰ 'ਤੇ ਹਟਾ ਵੀ ਸਕਦੇ ਹਾਂ। ਅੱਗੇ ਬੱਚਿਓ ਸਾਡੇ ਕੋਲ ਆਉਂਦਾ ਹੈ ਕਿ ਟਾਸਕ ਬਾਰ ਕਿਹਨੂੰ ਕਹਿੰਦੇ ਹਨ। ਦੇਖੋ, ਤੁਹਾਨੂੰ ਡੈਸਕਟਾਪ ਦੀ ਮੁੱਢਲੀ ਸਕਰੀਨ ਦਿਖਾਈ ਸੀ, ਉਸ ਦੇ ਵਿੱਚ ਸਭ ਤੋਂ ਥੱਲੇ ਜਿਹੜੀ ਬਾਰ ਨਜ਼ਰ ਆ ਰਹੀ ਸੀ ਉਸ ਨੂੰ ਅਸੀਂ ਕੀ ਬੋਲਦੇ ਹਾਂ? ਟਾਸਕ ਬਾਰ। ਟਾਸਕ ਬਾਰ ਦੇ ਉੱਪਰ ਸਾਡੇ ਕੋਲ ਕਈ ਤਰ੍ਹਾਂ ਦੇ ਬਟਨ ਹੁੰਦੇ ਹਨ, ਜਿਵੇਂ ਕਿ ਸਟਾਰਟ ਬਟਨ, ਕੁਇਕ ਲਾਂਚ ਆਈਕਨ, ਐਕਟਿਵ ਪ੍ਰੋਗਰਾਮਸ, ਸਿਸਟਮ ਟਰੇ, ਨੋਟੀਫਿਕੇਸ਼ਨ ਏਰੀਆ, ਮਿਤੀ ਅਤੇ ਤਰੀਕ, ਸ਼ੋ ਡੈਸਕਟਾਪ ਬਟਨ। ਠੀਕ ਹੈ, ਇਹ ਸਾਰੇ ਬਟਨ ਜੋ ਹਨ ਸਾਡੀ ਟਾਸਕ ਬਾਰ ਦੇ ਉੱਪਰ ਪਿੰਨ ਹੋਏ ਹੁੰਦੇ ਹਨ ਔਰ ਇਹਨਾਂ ਜਿੰਨੇ ਵੀ ਆਪਣੇ ਟਾਸਕ ਬਾਰ ਦੇ ਉੱਪਰ ਪ੍ਰੋਗਰਾਮਸ ਪਿੰਨ ਹੋਏ ਹੁੰਦੇ ਹਨ, ਅਸੀਂ ਇਹਨਾਂ 'ਚੋਂ ਕਿਸੇ 'ਤੇ ਵੀ ਕਲਿੱਕ ਕਰਕੇ ਉਸ ਨੂੰ ਖੋਲ੍ਹ ਸਕਦੇ ਹਾਂ। ਠੀਕ ਹੈ, ਇਸ ਨੂੰ ਅਸੀਂ ਕੀ ਬੋਲਦੇ ਹਾਂ? ਟਾਸਕ ਬਾਰ। ਅੱਗੇ ਬੱਚਿਓ ਆ ਜਾਂਦਾ ਹੈ ਸਾਡੇ ਕੋਲ ਸ਼ਾਰਟਕਟਸ ਕੀ ਹੁੰਦੇ ਹਨ। ਠੀਕ ਹੈ, ਤੁਹਾਨੂੰ ਮੈਂ ਕੰਪਿਊਟਰ ਦੀ ਮੁੱਢਲੀ ਸਕਰੀਨ 'ਤੇ ਕੁਝ ਆਈਕਨਸ ਦਿਖਾਏ ਸੀ ਜਿਹਦੇ ਉੱਪਰ ਤੀਰ ਦਾ ਨਿਸ਼ਾਨ ਬਣਿਆ ਹੁੰਦਾ ਹੈ। ਇਹ ਤੀਰ ਦਾ ਨਿਸ਼ਾਨ ਜੋ ਹੈ ਇਹ ਸ਼ਾਰਟਕਟ ਨੂੰ ਦਰਸਾਉਂਦਾ ਹੈ। ਸਾਡੇ ਕੋਲ ਕੋਈ ਵੀ ਪ੍ਰੋਗਰਾਮ, ਫਾਈਲ ਜਾਂ ਫੋਲਡਰ ਹੈ, ਅਸੀਂ ਉਸ ਦਾ ਸ਼ਾਰਟਕਟ ਬਣਾ ਕੇ ਆਪਣੇ ਡੈਸਕਟਾਪ ਜਾਂ ਆਪਣੇ ਮਾਈ ਡਾਕੂਮੈਂਟਸ ਜਾਂ ਕਿਤੇ ਹੋਰ ਰੱਖ ਸਕਦੇ ਹਾਂ। ਇਸ ਦੇ ਨਾਲ ਸਾਨੂੰ ਆਸਾਨੀ ਕੀ ਹੋਏਗੀ ਬੱਚਿਓ ਕਿ ਸਾਨੂੰ ਬਾਰ-ਬਾਰ ਇੱਕ ਚੀਜ਼ ਨੂੰ ਲੱਭਣ ਦੀ ਜ਼ਰੂਰਤ ਨਹੀਂ ਪਏਗੀ। ਇਹ ਇੱਕ ਲਿੰਕ ਬਣ ਜਾਂਦਾ ਹੈ ਉਸ ਪ੍ਰੋਗਰਾਮ ਤੱਕ ਜਾਂ ਉਸ ਫਾਈਲ ਤੱਕ। ਅਸੀਂ ਇਸ ਦੇ ਉੱਪਰ ਕਲਿੱਕ ਕਰਾਂਗੇ, ਸਿੰਗਲ ਕਲਿੱਕ, ਔਰ ਜਿਹੜਾ ਸਾਡੀ ਫਾਈਲ ਹੈ ਉਹ ਆਪਣੇ ਆਪ ਹੀ ਖੁੱਲ੍ਹ ਜਾਏਗੀ। ਠੀਕ ਹੈ, ਸੋ ਜੇਕਰ ਅਸੀਂ ਡੈਸਕਟਾਪ ਤੋਂ ਆਪਣੇ ਕਿਸੇ ਮਨਪਸੰਦ ਫਾਈਲ ਜਾਂ ਪ੍ਰੋਗਰਾਮ ਤੱਕ ਆਸਾਨੀ ਨਾਲ ਪਹੁੰਚ ਕਰਨਾ ਚਾਹੁੰਦੇ ਹਾਂ ਤਾਂ ਅਸੀਂ ਇਸ ਨੂੰ ਸ਼ਾਰਟਕਟ ਕਹਿੰਦੇ ਹਾਂ। ਸ਼ਾਰਟਕਟ ਇੱਕ ਆਈਕਨ ਹੁੰਦਾ ਹੈ ਜੋ ਕਿ ਕਿਸੇ ਪ੍ਰੋਗਰਾਮ, ਫਾਈਲ, ਫੋਲਡਰ ਨੂੰ ਪ੍ਰਦਰਸ਼ਿਤ ਨਹੀਂ ਕਰ ਸਕਦਾ, ਬਲਕਿ ਉਸ ਦੇ ਨਾਲ ਲਿੰਕ ਬਣਾਉਂਦਾ ਹੈ। ਜਦੋਂ ਅਸੀਂ ਸ਼ਾਰਟਕਟ ਦੇ ਉੱਪਰ ਡਬਲ ਕਲਿੱਕ ਕਰਦੇ ਹਾਂ ਤਾਂ ਉਹ ਪ੍ਰੋਗਰਾਮ, ਫਾਈਲ ਜਾਂ ਫੋਲਡਰ ਖੁੱਲ੍ਹ ਜਾਂਦਾ ਹੈ। ਜੇਕਰ ਅਸੀਂ ਸ਼ਾਰਟਕਟ ਨੂੰ ਡਿਲੀਟ ਕਰ ਦਿੰਦੇ ਹਾਂ ਤਾਂ ਕੇਵਲ ਉਹ ਸ਼ਾਰਟਕਟ ਹੀ ਡਿਲੀਟ ਹੋਏਗਾ ਅਤੇ ਉਸ ਦਾ ਅਸਲੀ ਪ੍ਰੋਗਰਾਮ, ਫਾਈਲ, ਫੋਲਡਰ ਡਿਲੀਟ ਨਹੀਂ ਹੋਏਗਾ। ਸ਼ਾਰਟਕਟ ਦੀ ਪਹਿਚਾਣ ਉਸ ਦੇ ਆਈਕਨ ਦੇ ਹੇਠਲੇ ਖੱਬੇ ਪਾਸੇ ਇੱਕ ਤੀਰ ਦੇ ਨਿਸ਼ਾਨ ਤੋਂ ਹੁੰਦੀ ਹੈ। ਸੋ ਬੱਚਿਓ, ਜਿੰਨੇ ਵੀ ਤੁਹਾਡੇ ਆਈਕਨਸ ਜਿਨ੍ਹਾਂ ਦੇ ਉੱਪਰ ਤੀਰ ਦਾ ਨਿਸ਼ਾਨ ਲੱਗਿਆ ਹੋਇਆ ਹੈ ਉਹਨਾਂ ਨੂੰ ਅਸੀਂ ਕੀ ਕਹਿੰਦੇ ਹਾਂ? ਸ਼ਾਰਟਕਟਸ ਕਹਿੰਦੇ ਹਾਂ। ਅੱਗੇ ਬੱਚਿਓ ਆ ਜਾਂਦਾ ਹੈ ਕਿ ਜਦੋਂ ਤੁਸੀਂ ਕੰਪਿਊਟਰ ਸਿਸਟਮ ਦੇ ਵਿੱਚ ਕੋਈ ਵੀ ਵਿੰਡੋ ਖੋਲ੍ਹਦੇ ਹੋ ਤਾਂ ਤੁਹਾਨੂੰ ਉਸ ਦੇ ਬਾਰੇ ਜਾਣਕਾਰੀ ਜ਼ਰੂਰ ਹੋਣੀ ਚਾਹੀਦੀ ਹੈ ਕਿ ਉਸ ਦੇ ਕਿਹੜੇ-ਕਿਹੜੇ ਭਾਗ ਹਨ। ਵਿੰਡੋਜ਼ ਦੇ ਭਾਗ ਜਿਹੜੇ ਹਨ ਵੱਖਰੇ ਵੱਖਰੇ ਇਸ ਤਸਵੀਰ ਦੇ ਵਿੱਚ ਦਿਖਾਏ ਗਏ ਹਨ, ਜਿਵੇਂ ਕਿ ਸਭ ਤੋਂ ਉੱਪਰ ਟਾਈਟਲ ਬਾਰ, ਉਸ ਤੋਂ ਨੀਚੇ ਮੀਨੂ ਬਾਰ ਜਿਹਦੇ ਉੱਪਰ ਫਾਈਲ, ਐਡਿਟ, ਵਿਊ, ਟੂਲਸ ਲਿਖਿਆ ਹੋਇਆ ਹੈ, ਟੂਲ ਬਾਰ। ਉਸ ਤੋਂ ਬਾਅਦ ਆਪਣੇ ਕੋਲ ਆ ਜਾਂਦੀ ਹੈ ਸਟੇਟਸ ਬਾਰ ਜੋ ਕਿ ਵਿੰਡੋ ਦੇ ਸਭ ਤੋਂ ਥੱਲੇ ਲੱਗੀ ਹੋਏਗੀ, ਐਡਰੈਸ ਬਾਰ ਜਿਸ ਦੇ ਵਿੱਚ ਤੁਹਾਡੀ ਲੋਕੇਸ਼ਨ ਆਏਗੀ ਕਿ ਤੁਸੀਂ ਇਸ ਟਾਈਮ ਕਿਹੜੀ ਕੰਪਿਊਟਰ ਦੀ ਕਿਸ ਡਰਾਈਵ ਦੇ ਵਿੱਚ ਹੋ, ਸਰਚ ਬਟਨ ਤੁਹਾਡੇ ਫਾਈਲਾਂ ਅਤੇ ਫੋਲਡਰਾਂ ਨੂੰ ਸਰਚ ਕਰਨ ਲਈ। ਅਗਲੀ ਤਸਵੀਰ ਦੇ ਵਿੱਚ ਤੁਹਾਨੂੰ ਪੂਰੇ ਵਿੰਡੋ ਦੇ ਭਾਗ ਨਜ਼ਰ ਆਉਣਗੇ।
देखो जो सब तो ਉੱਪਰ वाली बार है ब्लू कलर दी उसनों असीं कहने हाँ टाइटल बार। की बोलांगे टाइटल बार, जिस दे उपर देखो माई कंप्यूटर लिखिया होया है। इस दे नाल 3 बटन लगे ने, मिनीमाइज, मैक्सीमाइज अते क्लोज बटन। ठीक है। उस तो नीचे साडी आ रही है फाइल एडिट व्यू टूल्स हैल्प वाली बार, इसनों असीं की कवांगे मीनू बार। ठीक। उस तो नीचे साडी आ रही है कंट्रोल बार, जिसनों तुसी कह लेंदे हो जां तां टूल बार जां फिर तुसी कह लेंदे हो कंट्रोल बार। उस तो नीचे अपने कोल जिथे माई कंप्यूटर लिखिया होया है इसनों असीं कवांगे एड्रैस बार। और इधरली साइड देखो जो तुहाडा यह ब्लू कलर दा स्क्रोल बार है वो नज़र आ रहा है कि तुसी इस दे विचलियां फाइलों नूं अगे पिछे जाके देख सकते हो। सो बच्चों ये सारे हैं तुहाडे विंडोज़ दे भाग। लास्ट विच रह गया है कि हुण असी विंडोज़ बारे जानकारी प्राप्त कर चुके हाँ। असी अपने कंप्यूटर नूं बंद किवें करना है। बच्चों तुसी लैब दे विच जांदे हो, कंप्यूटर वरतदे हो और जदों तुहाडा लैक्चर खत्म हुंदा है तुसी कंप्यूटर नूं बंद करन दी बजाए उसनूं सीधा ही स्विच तो बंद कर दिंदे हो, जो कि गलत है। तुहानू कंप्यूटर नूं एक मैथड दे नाल बंद करना चाहिदा है। वो मैथड की है? सब तो पहले जो टास्क बार दे उपर स्टार्ट बटन बनिया हुंदा है उस दे उपर क्लिक करो। स्टार्ट मीनू दे विचों तुहानू एक कमांड नज़र आएगी शट डाउन। किहड़ी कमांड नज़र आएगी? शट डाउन। तुसी उस दे उपर क्लिक करो, तुहाडे कंप्यूटर दीयां फाइलां सारियां बंद हो जाणगियां और तुहाडा कंप्यूटर सिस्टम अपने आप ही बंद हो जाएगा। सो बच्चों जदों भी तुसी कंप्यूटर सिस्टम नूं बंद करना है तां तुसी स्टार्ट मैन्यू चो शट डाउन कमांड की मदद दे नाल ही बंद करना है। सीधा कंप्यूटर नूं पावर बटन तो कभी भी तुसी बंद नहीं करोगे। प्यारे बच्चों मैं आस करदी हाँ कि तुहानू मेरा पढ़ाया विंडोज़ का पाठ चंगी तरह समझ आ गया होएगा। तुहाडा सब दा बहुत बहुत धन्यवाद।